विद्यार्थियों चौथे पाठ भाव योग ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। योग ਜਿਹੜਾ ਹੈ ਉਹ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਵਿਧੀ ਹੈ। ਇਹ ਯੋਗ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਬਣਾਉਂਦਾ ਹੈ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜੇ ਇਹਦਾ ਇਤਿਹਾਸ ਦੇਖੀਏ ਆਪਾਂ ਤਾਂ ਮਹਾਰਿਸ਼ੀ ਪਤੰਜਲੀ ਤੋਂ ਯੋਗ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਤੁਸੀਂ ਤਰੀਕਾ ਨੋਟ ਕਰ ਰਹੇ ਹੋ 2014 ਨੂੰ ਇੱਕ ਮਤਾ ਪਾਸ ਕੀਤਾ ਗਿਆ UNO ਦੇ ਵਿੱਚ, ਜਿਹੜਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਹੈ ਉਹਦੇ ਵਿੱਚ। ਅਤੇ ਉਸ ਤੋਂ ਬਾਅਦ ਲਗਾਤਾਰ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ। ਅੱਜ ਦੇ ਸਮੇਂ ਵਿੱਚ ਦੁਨੀਆ ਦੇ ਹਰੇਕ ਕੋਨੇ ਵਿੱਚ ਰਹਿਣ ਵਾਲਾ ਵਿਅਕਤੀ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਕਰਕੇ ਯੋਗ ਨੂੰ ਅਪਣਾ ਰਿਹਾ ਹੈ। ਜੇਕਰ ਆਪਾਂ ਸ਼ਬਦੀ ਅਰਥ ਦੇਖੀਏ ਤਾਂ ਯੋਗ ਸ਼ਬਦ ਸੰਸਕ੍ਰਿਤ ਦੇ ਯੁੱਜ ਸ਼ਬਦ ਤੋਂ ਬਣਿਆ, ਜਿਸ ਦਾ ਅਰਥ ਹੈ ਜੋੜਨਾ ਜਾਂ ਬੰਨ੍ਹਣਾ। ਇਸ ਦਾ ਭਾਵ ਹੈ ਕਿ ਸਰੀਰ, ਦਿਮਾਗ ਅਤੇ ਆਤਮਾ ਨੂੰ ਇੱਕ ਸੁਰ ਕਰਨਾ। ਠੀਕ ਹੈ। ਸੋ ਅਰੋਗ ਸਰੀਰ ਵਿੱਚ ਹੀ ਰੋਗ ਮਨ ਦਾ ਨਿਵਾਸ ਹੈ, ਤੁਸੀਂ ਜਾਣਦੇ ਹੋ। ਯੋਗ ਦੀ ਮਹੱਤਤਾ ਜਿਹੜੀ ਹੈ ਬੜੀ ਜ਼ਿਆਦਾ ਹੈ। ਸਾਡੇ ਇਮਿਊਨ ਸਿਸਟਮ ਜਿਹੜਾ ਹੈ, ਸਾਡੀ ਜਿਹੜੀ ਪੋਜ਼ੀਟਿਵ ਥਿੰਕਿੰਗ ਹੈ, ਸਾਨੂੰ ਖੁਸ਼, ਚੁਸਤ, ਬਲਸ਼ਾਲੀ ਰਹਿਣ ਦੇ ਵਿੱਚ ਇਹ ਸਹਾਇਤਾ ਦਿੰਦਾ ਹੈ ਅਤੇ ਅਸੀਂ ਐਨਰਜੈਟਿਕ ਰਹਿੰਦੇ ਹਾਂ, ਸਰੀਰਕ ਤੌਰ 'ਤੇ ਫਿੱਟ ਰਹਿੰਦੇ ਹਾਂ ਅਤੇ ਮਾਨਸਿਕ ਤਣਾਅ ਤੋਂ ਦੂਰ ਰਹਿੰਦੇ ਹਾਂ, ਜਿਹਦੇ ਕਰਕੇ ਸਾਡੇ ਅੰਦਰ ਅਤੇ ਬਾਹਰ ਖੁਸ਼ੀ ਅਤੇ ਖੁਸ਼ਹਾਲੀ ਦਾ ਨਿਵਾਸ ਹੁੰਦਾ ਹੈ। ਯੋਗ ਕਰਨ ਸਮੇਂ ਸਧਾਰਨ ਦਿਸ਼ਾ ਨਿਰਦੇਸ਼ ਕੀ ਨੇ, ਤੁਸੀਂ ਦੇਖ ਰਹੇ ਹੋ। ਯੋਗ ਆਸਨ ਕਰਨ ਵੇਲੇ ਸਭ ਤੋਂ ਪਹਿਲਾਂ ਸੂਰਯ ਨਮਸਕਾਰ ਕਰਨਾ ਚਾਹੀਦਾ ਹੈ। ਫਿਰ ਇਹਦੇ ਲਈ ਸਮਾਂ ਕਿਹੜਾ ਸਹੀ ਹੈ ਦੱਸਿਆ ਗਿਆ ਹੈ। ਯੋਗ ਆਸਨ ਹਰ ਰੋਜ਼ ਕਰਨੇ ਚਾਹੀਦੇ ਹਨ, ਮਾਹਿਰ ਦੀ ਦੇਖ ਰੇਖ ਵਿੱਚ ਕਰਨੇ ਚਾਹੀਦੇ ਹਨ, ਕਿਉਂਕਿ ਜੇ ਗਲਤ ਆਸਨ ਕਰ ਲਈਏ ਤਾਂ ਉਹਦਾ ਨੁਕਸਾਨ ਵੀ ਬੜਾ ਸਾਨੂੰ ਹੁੰਦਾ ਹੈ। ਆਹ ਸਾਰੇ ਨਿਯਮ ਨੇ ਜੀ, ਸਾਰੇ ਧਿਆਨ ਨਾਲ ਦੇਖੋ। ਇਹ ਸਾਰੇ ਤੁਹਾਡੀ ਸਕਰੀਨ ਦੇ ਉੱਤੇ ਰੋਟੇਟ ਹੋ ਰਹੇ ਨੇ। ਜਿਸ ਤਰ੍ਹਾਂ ਆਸਣ ਪੱਕੇ ਫਰਸ਼ 'ਤੇ ਨਹੀਂ, ਸਗੋਂ ਉਸ ਉੱਪਰ ਕੋਈ ਦਰੀ ਜਾਂ ਮੈਟ ਵਿਛਾ ਕੇ ਕਰਨੇ ਚਾਹੀਦੇ ਹਨ। ਇਕੱਲਾ ਇਕੱਲਾ ਨਿਯਮ ਜਿਹੜਾ ਹੈ 12 ਦੇ 12 ਤੁਸੀਂ ਇਹ ਨੋਟ ਕੀਤੇ ਨੇ। ਯੋਗ ਕਰਨ ਸਮੇਂ ਸਾਹ ਲੈਣ, ਸਾਹ ਅੰਦਰ ਲੈ ਕੇ ਜਾਣ ਅਤੇ ਬਾਹਰ ਕੱਢਣ ਦੀ ਕਿਰਿਆ ਦੀ ਤਰਤੀਬ ਠੀਕ ਹੋਣੀ ਚਾਹੀਦੀ ਹੈ। ਸਾਹ ਕਿਰਿਆ ਪ੍ਰੋਪਰ ਸਹੀ ਹੋਣੀ ਚਾਹੀਦੀ ਹੈ। ਸੂਰਯ ਨਮਸਕਾਰ ਕੀ ਚੀਜ਼ ਹੈ? ਸੂਰਯ ਨਮਸਕਾਰ ਪੜ੍ਹੋ ਇਸ ਨੂੰ। ਸੂਰਯ ਨਮਸਕਾਰ ਵਿੱਚ ਕੁੱਲ 12 ਕਿਰਿਆਵਾਂ ਸ਼ਾਮਲ ਨੇ ਅਤੇ ਚਿੱਤਰ ਰਾਹੀਂ ਤੁਸੀਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਦੇਖ ਸਕੋਗੇ। ਆਹ ਦੇਖੋ, ਇਕੱਲੀ ਇਕੱਲੀ ਕਿਰਿਆ ਤੁਹਾਡੇ ਸਾਹਮਣੇ ਹੈ, ਤੁਸੀਂ ਇਹਨੂੰ ਦੇਖ ਰਹੇ ਹੋ। ਇਹ ਸੂਰਯ ਨਮਸਕਾਰ ਦੀ ਵਿਧੀ ਜਿਹੜੀ ਹੈ, ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸਾਰੇ ਨੁਕਤੇ ਜਿਹੜੇ ਇਹਨਾਂ ਨੂੰ ਧਿਆਨ ਨਾਲ ਦੇਖੋ। ਦੋਵੇਂ ਹੱਥ ਅਤੇ ਪੈਰ ਜੋੜ ਕੇ ਨਮਸਕਾਰ ਦੀ ਮੁਦਰਾ ਵਿੱਚ ਸਿੱਧੇ ਖੜੇ ਹੋ ਜਾਓ। ਇੱਥੋਂ ਅਸੀਂ ਸਟਾਰਟ ਕਰਦੇ ਹਾਂ ਔਰ ਉਸ ਤੋਂ ਬਾਅਦ ਇਹ ਤੁਹਾਡੀ ਸਕਰੀਨ ਦੇ ਉੱਤੇ ਵਿਧੀ ਜਿਹੜੀ ਹੈ ਉਹ ਸਾਰੀ ਦਿਖਾਈ ਜਾ ਰਹੀ ਹੈ। ਆਹ ਦੇਖੋ, ਸਾਹ ਅੰਦਰ ਖਿੱਚਦੇ ਹੋਏ ਰੀੜ੍ਹ ਦੀ ਹੱਡੀ ਦੀ ਆਰਕ ਬਣਾ ਕੇ ਕਮਰ ਤੋਂ ਸਰੀਰ ਨੂੰ ਪਿੱਛੇ ਨੂੰ ਮੋੜੋ ਅਤੇ ਬਾਹਾਂ ਦੇ ਭਾਰ 'ਤੇ ਆਉਂਦੇ ਹੋਏ ਸਿਰ ਉੱਪਰ ਲੈ ਕੇ ਜਾਓ। ਇਹ ਤੁਹਾਨੂੰ ਸਾਰੀਆਂ ਚਿੱਤਰਾਂ ਦੇ ਵਿੱਚ, ਚਿੱਤਰ ਜਿਹੜਾ ਤੁਸੀਂ ਦੇਖਿਆ ਉਹਦੇ ਵਿੱਚ ਸਾਰੀਆਂ ਕਿਰਿਆਵਾਂ ਦੇਖ ਲਈਆਂ ਨੇ। ਇਹ 12 ਦੀਆਂ 12 ਜਿਹੜੀਆਂ ਵਿਧੀ ਜਿਹੜੀਆਂ ਤੁਸੀਂ ਦੇਖ ਲਈਆਂ ਅਤੇ ਉਸ ਤੋਂ ਬਾਅਦ ਇਹਦੇ ਲਾਭ ਨੇ। ਠੀਕ ਹੈ, ਇਹਦੇ ਨਾਲ ਫਾਇਦਾ ਕੀ ਹੁੰਦਾ ਸੂਰਯ ਨਮਸਕਾਰ ਦੇ ਨਾਲ। ਉਸ ਤੋਂ ਬਾਅਦ ਆ ਗਏ ਕੁਝ ਯੋਗ। ਪਹਿਲਾ ਹੈ ਅਸ਼ਟਾਂਗ ਯੋਗ। ਹੁਣ ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਾਰਨਾ, ਧਿਆਨ, ਸਮਾਧੀ। ਠੀਕ ਹੈ, ਇਹਨਾਂ ਨੂੰ ਧਿਆਨ ਨਾਲ ਪੜ੍ਹੋ। ਯਮ ਕੀ ਹੈ? ਯਮ ਤੋਂ ਭਾਵ ਸਮਾਜਿਕ ਤੌਰ 'ਤੇ ਦਿੱਤੀਆਂ ਨੈਤਿਕ ਸਿੱਖਿਆਵਾਂ ਦਾ ਵਿਅਕਤੀ ਦੇ ਅੰਦਰ ਮੌਜੂਦ ਹੋਣਾ, ਜਿਵੇਂ ਝੂਠ ਨਾ ਬੋਲਣਾ, ਇਮਾਨਦਾਰੀ। ਉਸ ਤੋਂ ਬਾਅਦ ਨਿਯਮ, ਨਿਯਮ ਦਾ ਅਰਥ ਹੈ ਆਪਣੇ ਸਰੀਰ ਅਤੇ ਮਨ ਦਾ ਇੱਕ ਹੋਣਾ। ਫਿਰ ਹੈ ਆਸਣ, ਆਪਣੇ ਸਰੀਰ ਅਤੇ ਸਾਹ ਕਿਰਿਆ ਦੇ ਤਾਲਮੇਲ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਸਮੇਂ ਲਈ ਕਿਸੇ ਖਾਸ ਅਵਸਥਾ ਵਿੱਚ ਬੈਠਣ ਦੀ ਵਿਧੀ ਨੂੰ ਆਸਣ ਕਹਿੰਦੇ ਨੇ। ਆਸਣ ਮੁੱਖ ਰੂਪ ਵਿੱਚ 3 ਪ੍ਰਕਾਰ ਦੇ ਨੇ। ਅੱਗੇ ਹੈ ਧਿਆਨਾਤਮਕ ਆਸਣ, ਦੂਜਾ ਆਰਾਮਦਾਇਕ ਆਸਣ, ਤੀਜਾ ਕਲਚਰਲ ਆਸਣ। ਠੀਕ ਹੈ, ਹੁਣ ਧਿਆਨਾਤਮਕ ਆਸਣ ਬਾਰੇ। ਧਿਆਨ ਲਗਾਉਣ ਵੀ ਯੋਗ ਦੀ ਇੱਕ ਖਾਸ ਵਿਧੀ ਹੈ। ਪਦਮ ਆਸਣ, ਆਹ ਤੁਹਾਡੇ ਸਾਹਮਣੇ ਤਸਵੀਰ ਹੈ। ਵਿਧੀ ਜ਼ਮੀਨ 'ਤੇ ਬੈਠ ਕੇ ਨੋਟ ਕਰ ਲਈ ਹੈ ਤੁਸੀਂ। ਠੀਕ ਹੈ, ਆਹ ਉਹਦੇ ਕਿਰਿਆ ਲਿਖੀ ਹੋਈ ਹੈ ਅਤੇ ਇਹ ਇਹਦੇ ਲਾਭ ਲਿਖੇ ਹੋਏ ਨੇ। ਸਾਵਧਾਨੀ ਵੀ ਹੈ,
ਜਿਨ੍ਹਾਂ ਵਿਅਕਤੀਆਂ ਨੂੰ ਗੋਡੇ ਵਿੱਚ ਦਰਦ ਜਾਂ ਕੋਈ ਸੱਟ ਲੱਗੀ ਹੋਵੇ ਉਹਨਾਂ ਨੂੰ ਇਹ ਆਸਣ ਨਹੀਂ ਕਰਨਾ ਚਾਹੀਦਾ। ਅੱਗੇ ਆ ਗਿਆ ਵਜਰ ਆਸਣ। ਠੀਕ ਹੈ, ਇਹ ਧਿਆਨਾਤਮਕ ਆਸਣ ਹੈ। ਯੋਗ ਵਿੱਚ ਇਹੀ ਇੱਕ ਅਜਿਹਾ ਆਸਣ ਹੈ ਜਿਹੜਾ ਖਾਣਾ ਖਾਣ ਤੋਂ ਬਾਅਦ ਵੀ ਕੀਤਾ ਜਾ ਸਕਦਾ ਹੈ। ਛੋਟੇ ਪ੍ਰਸ਼ਨਾਂ ਵਿੱਚ ਵੀ ਤੁਹਾਨੂੰ ਪੁੱਛਿਆ ਸਕਦਾ, ਤੁਹਾਨੂੰ ਵੈਸੇ ਵੀ ਪਤਾ ਹੋਣਾ ਚਾਹੀਦਾ। ਵਿਧੀ ਦੇਖ ਲਈ ਹੈ ਤੁਸੀਂ। ਉਸ ਤੋਂ ਬਾਅਦ ਆਰਾਮਦਾਇਕ ਆਸਣ, ਜਿਹਨੂੰ ਅਸੀਂ ਸ਼ਵ ਆਸਣ ਕਹਿ ਰਹੇ ਹਾਂ। ਆਹ ਦੇਖੋ, ਤਸਵੀਰ ਦੇਖ ਕੇ ਤੁਹਾਨੂੰ ਜ਼ਿਆਦਾ ਕਲੈਰਿਟੀ ਆਏਗੀ। ਫਿਰ ਵਿਧੀ, ਤਰੀਕਾ ਕੀ ਹੈ ਇਹਦਾ, ਇਹਦੇ ਫਾਇਦੇ ਕੀ ਨੇ, ਲਾਭ ਕੀ ਨੇ ਇਹਦੇ। ਉਸ ਤੋਂ ਬਾਅਦ ਸਾਵਧਾਨੀਆਂ, ਦਿਮਾਗੀ ਤੌਰ 'ਤੇ ਬਿਮਾਰ ਭਾਵ ਡਿਪਰੈਸ਼ਨ ਜਾਂ ਲਹੂ ਦਾ ਦਬਾਅ ਘੱਟ ਰਹਿਣ, ਲੋ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਇਸ ਆਸਣ ਨੂੰ ਨਾ ਕਰਨ। ਅੱਗੇ ਹੈ ਜੀ ਮਕਰ ਆਸਣ, ਮਗਰਮੱਛ ਮੁਦਰਾ। ਤੁਸੀਂ ਇਹ ਤਸਵੀਰ ਦੇਖੀ, ਵਿਧੀ ਨਾਲ ਦੀ ਨਾਲ ਦੱਸ ਦਿੱਤੀ ਗਈ ਹੈ। ਲੱਛਣ ਦੀ ਵਿਧੀ, ਇਹਨੂੰ ਛੱਡਣ ਦੀ ਛੱਡਣ ਦੀ ਵਿਧੀ ਔਰ ਲਾਭ ਇਹਦੇ ਕੀ ਨੇ। ਉਸ ਤੋਂ ਬਾਅਦ ਕਲਚਰਲ ਆਸਣ, ਇੱਕ ਹੈ ਪਵਨ ਮੁਕਤ ਆਸਣ। ਅੱਗੇ ਹੈ ਪਵਨ ਮੁਕਤ ਆਸਣ ਜਿਹੜਾ ਹੈ। ਇਸ ਤੋਂ ਬਾਅਦ ਅੱਗੇ ਅਸੀਂ ਦੇਖ ਰਹੇ ਹਾਂ ਇਹਦੀ ਵਿਧੀ, ਇਹਦੇ ਲਾਭ। ਅੱਗੇ ਹੈ ਪਰਵਤ ਆਸਣ, ਇਸ ਨੂੰ ਮਾਊਂਟੇਨ ਆਸਣ ਵੀ ਕਹਿੰਦੇ ਹਨ। ਆਹ ਦੇਖੋ ਪਰਬਤ ਆਸਣ ਦੀ ਤਸਵੀਰ, ਆਹ ਉਹਦੀ ਵਿਧੀ ਹੈ ਥੱਲੇ, ਔਰ ਇਹ ਉਹਦੇ ਲਾਭ ਨੇ, ਕੀ ਉਹਦਾ ਫਾਇਦਾ। ਅੱਗੇ ਹੈ ਜੀ ਪ੍ਰਾਣਾਯਾਮ। ਹੁਣ ਪ੍ਰਾਣਾਯਾਮ ਕੀ ਹੈ, ਸਾਹ ਅੰਦਰ ਖਿੱਚਣ ਅਤੇ ਬਾਹਰ ਕੱਢਣ ਦੀ ਕਿਰਿਆ ਨੂੰ ਪ੍ਰਾਣਾਯਾਮ ਕਹਿੰਦੇ ਨੇ। ਠੀਕ ਹੈ, ਆਕਸੀਜਨ ਦਿਮਾਗ ਤੱਕ ਪਹੁੰਚਦੀ ਹੈ। ਸੋ ਅੱਗੇ ਇਹਦੇ ਕੁਝ ਪੱਖ ਦੱਸੇ ਗਏ ਨੇ। ਪ੍ਰਾਣਾਯਾਮ ਦੀਆਂ ਹੇਠ ਲਿਖੀਆਂ ਵਿਧੀਆਂ ਨੇ, ਅਨੁਲੋਮ ਵਿਲੋਮ ਪ੍ਰਾਣਾਯਾਮ, ਕਪਾਲਭਾਤੀ ਪ੍ਰਾਣਾਯਾਮ, ਸ਼ੀਤਕਾਰੀ ਪ੍ਰਾਣਾਯਾਮ, ਅੱਗੇ ਭਰਾਮਰੀ ਪ੍ਰਾਣਾਯਾਮ, ਅੱਗੇ ਹੈ ਭਾਸਤ੍ਰਿਕਾ ਪ੍ਰਾਣਾਯਾਮ, ਅੱਗੇ ਹੈ ਸੀਤਲੀ ਪ੍ਰਾਣਾਯਾਮ, ਫਿਰ ਉਜਈ ਪ੍ਰਾਣਾਯਾਮ। ਹੁਣ ਇਕੱਲੀ ਇਕੱਲੀ ਵਿਧੀ ਜਿਹੜੀ ਹੈ ਉਹਦੀ ਡਿਟੇਲ। ਪ੍ਰਤਿਹਾਰ, ਫਿਰ ਧਾਰਨਾ, ਧਿਆਨ, ਉਸ ਤੋਂ ਬਾਅਦ ਸਮਾਧੀ। ਯੋਗ ਆਸਣ ਸਾਡੇ ਸਰੀਰ ਦੀਆਂ ਅਣਗਿਣਤ ਬਿਮਾਰੀਆਂ ਨੂੰ ਦੂਰ ਕਰਨ ਦੇ ਵਿੱਚ ਸਹਾਇਤਾ ਕਰਦੇ ਨੇ। ਠੀਕ ਹੈ, ਇਹ ਚੀਜ਼ ਦੇਖ ਲਵੋ ਕਿ ਪ੍ਰਤਿਹਾਰ ਕੀ ਹੈ। ਪ੍ਰਤਿਹਾਰ ਰਾਹੀਂ ਅਸੀਂ ਆਪਣੀ ਇਕਾਗਰਤਾ ਜਾਂ ਧਿਆਨ ਦੀ ਕਿਰਿਆ ਨੂੰ ਸੁਧਾਰਦੇ ਹਾਂ। ਠੀਕ ਹੈ, ਦੂਜਾ ਹੈ ਧਾਰਨਾ। ਅਸ਼ਟਾਂਗ ਯੋਗ ਵਿੱਚ 6ਵੀਂ ਸਥਿਤੀ ਨੂੰ ਧਾਰਨਾ ਕਿਹਾ ਜਾਂਦਾ ਹੈ। ਧਾਰਨਾ ਸਰੀਰ ਅਤੇ ਦਿਮਾਗ ਨੂੰ ਆਰਾਮ ਦੀ ਸਥਿਤੀ ਵਿੱਚ ਲਿਆਉਣ ਲਈ ਕੀਤੀ ਜਾਂਦੀ ਹੈ। ਅੱਗੇ ਹੈ ਧਿਆਨ। ਧਿਆਨ ਅਸ਼ਟਾਂਗ ਯੋਗ ਦਾ 7ਵਾਂ ਅੰਗ ਹੈ। ਧਿਆਨ ਸੰਸਕ੍ਰਿਤ ਦੇ ਧਿਆਈ ਸ਼ਬਦ ਤੋਂ ਬਣਿਆ, ਜਿਸ ਦਾ ਅਰਥ ਹੈ ਸੋਚਣਾ। ਧਾਰਨਾ ਤੋਂ ਅਗਲੀ ਅਤੇ ਉੱਪਰਲੀ ਸਥਿਤੀ ਨੂੰ ਧਿਆਨ ਕਹਿੰਦੇ ਹਨ। ਠੀਕ ਹੈ, ਉਸ ਤੋਂ ਬਾਅਦ ਸਮਾਧੀ। ਸਮਾਧੀ ਸਭ ਤੋਂ ਉੱਪਰ ਦੀ ਅਵਸਥਾ ਹੈ। ਸਮਾਧੀ ਵਿੱਚ ਅਸੀਂ ਮਨ ਨੂੰ ਇਕਾਗਰ ਕਰਕੇ ਕਾਫੀ ਲੰਮੇ ਸਮੇਂ ਤੱਕ ਬੈਠਦੇ ਹਾਂ। ਸੋ ਬਾਅਦ ਵਿੱਚ ਅਸੀਂ ਕੀ ਵਿਚਾਰ ਕਰਦੇ ਹਾਂ, ਯੋਗ ਆਸਣ ਸਾਡੇ ਸਰੀਰ ਦੀਆਂ ਅਣਗਿਣਤ ਬਿਮਾਰੀਆਂ ਨੂੰ ਦੂਰ ਕਰਨ ਦੇ ਵਿੱਚ ਸਹਾਇਤਾ ਕਰਦੇ ਹਨ। ਯੋਗ ਆਸਣ ਵਿੱਚ ਲਚਕ ਵਾਲੀਆਂ ਕਸਰਤਾਂ ਕਰਨ ਨਾਲ ਸਾਡੇ ਸਰੀਰ ਦਾ ਮੋਟਾਪਾ ਦੂਰ ਹੁੰਦਾ ਹੈ। ਕੁੱਲ ਮਿਲਾ ਕੇ ਇੱਥੇ ਆਪਾਂ ਇਸ ਨਤੀਜੇ 'ਤੇ ਪਹੁੰਚਦੇ ਹਾਂ ਕਿ ਸਾਨੂੰ ਸ਼ੁਰੂ ਤੋਂ ਹੀ ਯੋਗ ਦਾ ਗਿਆਨ ਹੋਣਾ ਜ਼ਰੂਰੀ ਹੈ, ਕਿਉਂਕਿ ਯੋਗ ਕਿਰਿਆਵਾਂ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾ ਸਕਦੇ ਹੈਗੇ ਹਾਂ। ਜੇਕਰ ਅਸੀਂ ਡੂੰਘਾਈ ਵਿੱਚ ਯੋਗ ਦੇ ਲਾਭ ਉੱਤੇ ਧਿਆਨ ਦੇਈਏ ਤਾਂ ਅਸੀਂ ਇਹ ਦੇਖਦੇ ਹਾਂ ਕਿ ਯੋਗ ਕਰਨ ਦੇ ਨਾਲ ਅਸੀਂ ਸਰੀਰਕ ਤੌਰ 'ਤੇ ਫਿੱਟ, ਚੁਸਤ ਅਤੇ ਮਾਨਸਿਕ ਤੌਰ 'ਤੇ ਚੇਤੰਨ ਹੋ ਜਾਂਦੇ ਹਾਂ। ਯੋਗ ਨੂੰ ਅਸੀਂ ਆਪਣੀ ਉਮਰ ਦੇ ਕਿਸੇ ਵੀ ਪੜਾਅ ਵਿੱਚ ਅਪਣਾ ਸਕਦੇ ਹਾਂ। ਬੁਢਾਪੇ ਵਿੱਚ ਵੀ ਯੋਗ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਯੋਗ ਦੇ ਰਾਹੀਂ ਅਸੀਂ ਇੱਕ ਨਿਰੋਗ ਸਰੀਰ ਪ੍ਰਾਪਤ ਕਰਦੇ ਹਾਂ। ਆਹ ਇਹਦੇ ਪ੍ਰਸ਼ਨ ਨੇ। ਆਸਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਯੋਗ ਦੀ ਪਰਿਭਾਸ਼ਾ, ਅਰਥ ਅਤੇ ਮਹੱਤਤਾ ਬਾਰੇ ਦੱਸੋ। ਯੋਗ ਕਰਨ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਸੂਰਜ ਨਮਸਕਾਰ ਤੋਂ ਕੀ ਭਾਵ ਹੈ? ਇਸ ਦੇ ਕੁੱਲ ਕਿੰਨੇ ਅੰਗ ਹਨ? ਕੋਈ ਇੱਕ ਆਰਾਮਦਾਇਕ ਅਤੇ ਸੱਭਿਆਚਾਰਕ ਆਸਣ ਦੀ ਵਿਧੀ ਅਤੇ ਲਾਭ ਬਾਰੇ ਵਿਸਥਾਰਪੂਰਵਕ ਨੋਟ ਲਿਖੋ। ਅਸ਼ਟਾਂਗ ਯੋਗ ਦੇ ਅੰਗਾਂ ਬਾਰੇ ਵਿਸਥਾਰਪੂਰਵਕ ਦੱਸੋ। ਸੋ ਉਮੀਦ ਹੈ ਵਿਦਿਆਰਥੀਓ ਤੁਸੀਂ ਇਹ ਯੋਗ ਵਾਲਾ ਜਿਹੜਾ ਪਾਠ ਹੈ ਇਹਨੂੰ ਚੰਗੀ ਤਰ੍ਹਾਂ ਦੇਖ ਲਿਆ ਹੋਵੇਗਾ, ਸਮਝ ਲਿਆ ਹੋਵੇਗਾ। ਇਹਨੂੰ ਆਪਣੇ ਸਾਥੀਆਂ ਨਾਲ ਵੀ ਸ਼ੇਅਰ ਕਰੋ ਅਤੇ ਜ਼ਿੰਦਗੀ ਵਿੱਚ ਕਿਸੇ ਉਸਤਾਦ ਦੀ
ਰਹਿਨੁਮਾਈ ਦੇ ਵਿੱਚ ਯੋਗ ਜ਼ਰੂਰ ਕਰੋ ਅਤੇ ਆਪਣੇ ਘਰਦਿਆਂ ਦੇ ਸਾਥੀਆਂ ਦੋਸਤਾਂ ਨੂੰ ਵੀ ਇਸ ਪਾਸੇ ਪ੍ਰੇਰਿਤ ਕਰੋ। ਤਸਵੀਰਾਂ ਦੇਖਣ ਦੇ ਨਾਲ ਤੁਹਾਨੂੰ ਵਿਧੀ ਅਤੇ ਉਹਦੇ ਲਾਭ ਜਿਹੜੇ ਆ ਉਹ ਜ਼ਿਆਦਾ ਸਪਸ਼ਟ ਹੋ ਜਾਣਗੇ। ਸ਼ੁਕਰੀਆ।